ਵਾਹਿਗੁਰੂ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਜੋ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਮੂਲ ਮੰਤਰ ਦੇ ਵਿੱਚ ਪਰਮ ਪਿਤਾ ਪਰਮਾਤਮਾ ਇੱਕ ਓਂਕਾਰ ਔਰ ਉਸ ਦੇ ਗੁਣਾਂ ਦਾ ਵੇਰਵਾ ਹੈ। ਔਰ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਗੁਰੂ ਦਾ ਪ੍ਰਸਾਦ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਔਰ ਜੇਕਰ ਅਸੀਂ ਜਪ ਕਰੀਏ ਇਸ ਦਾ ਤਾਂ ਸਾਨੂੰ ਵੀ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਂਦੇ ਹਨ। ਪਰ ਸਾਧ ਸੰਗਤ ਜੀ, ਸੰਸਾਰ ਦੇ ਅਧਿਕਤਰ ਲੋਕ ਇਹ ਨਹੀਂ ਜਾਣਦੇ ਕਿ ਇੱਕੋ ਓਂਕਾਰ ਜਾਂ ਪਰਮ ਪਿਤਾ ਪਰਮਾਤਮਾ ਕੌਣ ਹੈ, ਕਿੱਥੇ ਰਹਿੰਦਾ ਹੈ, ਕੈਸਾ ਸਰੂਪ ਹੈ, ਕੀ ਉਹ ਦਰਸ਼ਨ ਵੀ ਦਿੰਦਾ ਹੈ, ਕਿਸ ਤਰ੍ਹਾਂ ਦਾ ਹੈ। ਇਹ ਬਹੁਤ ਲੋਕ ਭਰਮ ਦੇ ਵਿੱਚ ਹੀ ਹੈ। ਔਰ ਬਹੁਤ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਜਿਸ ਨੇ ਸਾਰੀ ਸ੍ਰਿਸ਼ਟੀ ਚਲਾਈ ਹੈ ਉਹ ਕਿਤੇ ਹੈ ਵੀ। ਅਮੂਮਨ ਅਧਿਕਤਰ ਲੋਕ ਇਹੀ ਕਹਿੰਦੇ ਕਿ ਪਰਮਾਤਮਾ ਕਿਤੇ ਹੈ ਹੀ ਨਹੀਂ। ਪਰਮਾਤਮਾ ਕਿਹਨੂੰ ਦਿਸਦਾ ਹੈ? ਕਿਸੇ ਨੂੰ ਨਹੀਂ ਦਿਸਿਆ। ਪਰਮਾਤਮਾ ਕਿਤੇ ਨਹੀਂ ਹੈ। ਪਰਮਾਤਮਾ ਤਾਂ ਇੱਕ ਭੁਲੇਖਾ ਹੈ। ਪਰ ਸਾਧ ਸੰਗਤ ਜੀ, ਗੁਰਬਾਣੀ ਜਿਹੜੀ ਹੈ ਨਾ, ਉਹ ਸਾਨੂੰ ਥੋੜ੍ਹੇ ਥੋੜ੍ਹੇ ਭੇਦ ਜਿਹੜੇ ਹੈ ਉਹ ਦੱਸਦੀ ਹੈ ਕਿ ਪਰਮ ਪਿਤਾ ਪਰਮਾਤਮਾ ਕੀ ਚੀਜ਼ ਹੈ, ਪਰਮ ਪਿਤਾ ਪਰਮਾਤਮਾ ਕੈਸਾ ਹੈ, ਪਰਮ ਪਿਤਾ ਪਰਮਾਤਮਾ ਕੈਸੇ ਮਿਲਦਾ ਹੈ, ਔਰ ਮਿਲਦਾ ਹੈ ਤੇ ਕਿਸ ਤਰ੍ਹਾਂ ਦਾ ਉਹਦਾ ਸਰੂਪ ਹੈ ਕਿ ਉਹ ਸਾਨੂੰ ਦਰਸ਼ਦਾਰੇ ਦਿੰਦਾ। ਤੋ ਸਾਧ ਸੰਗਤ ਜੀ, ਆਓ ਵਿਚਾਰ ਕਰਦੇ ਹਾਂ ਆਪਾਂ। ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਵਾਹ ਵਾਹ। ਅਸੀਂ ਕਿਸੇ ਚੀਜ਼ ਦੀ ਵਡਿਆਈ ਕਰਨੀ ਹੋਵੇ ਨਾ, ਤੇ ਅਸੀਂ ਕਹਿੰਦੇ ਹਾਂ ਵਾਹ ਕਿਆ ਕਮਾਲ ਹੈ, ਕਿਆ ਚੀਜ਼ ਹੈ, ਕਿਆ ਰੰਗ ਹੈ, ਕਿਆ ਇਸ ਦੀ ਸੂਰਤ ਹੈ, ਕਿਆ ਇਸ ਦਾ ਸਰੂਪ ਹੈ, ਬੜਾ ਸੋਹਣਾ ਹੈ। ਅਤੇ ਇੱਥੇ ਵੀ ਗੁਰੂ ਸਾਹਿਬ ਨੇ ਇਹ ਵਡਿਆਈ ਕੀਤੀ ਹੈ। ਕਿਸ ਦੀ ਵਡਿਆਈ ਕੀਤੀ ਹੈ? ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਬਾਣੀ ਹੀ ਨਿਰੰਕਾਰ ਹੈ। ਭਾਈ ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਉਸ ਦੀ ਵਡਿਆਈ ਕਰਦੇ ਹੈ, ਬਾਣੀ ਦੀ ਜਿਹੜੀ ਨਿਰੰਕਾਰ ਸਰੂਪ ਹੈ। ਨਿਰੰਕਾਰ ਭਾਵ ਨਿਰ ਆਕਾਰ ਤੋਂ, ਨਾ ਉਸ ਦਾ ਰੰਗ ਰੂਪ ਹੈ, ਨਾ ਰੇਖ ਹੈ, ਨਾ ਭੇਖ ਹੈ, ਨਾ ਉਹ ਜੰਮਦਾ ਹੈ, ਨਾ ਉਹ ਮਰਦਾ ਹੈ, ਨਾ ਉਹ ਘਟਦਾ ਹੈ, ਨਾ ਉਹ ਵੱਧਦਾ ਹੈ। ਸਦਾ ਸਮਸਰ ਹੈ, ਅਦ੍ਰਿਸ਼ਟ ਹੈ, ਔਰ ਕਰਤਾ ਹੈ, ਅਜੂਨੀ ਹੈ, ਅਕਾਲ ਹੈ, ਅਕਾਲ ਮੂਰਤ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਹ ਨਿਰਵੈਰ ਵੀ ਹੈ ਅਤੇ ਨਿਰਭਉ ਵੀ ਹੈ। ਪਰ ਉਹ ਹੈ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਬਾਣੀ ਹੀ ਨਿਰੰਕਾਰ ਹੈ। ਔਰ ਬਾਣੀ ਕਿਹਨੂੰ ਕਹਿੰਦੇ ਹਾਂ ਅਸੀਂ? ਬਾਣੀ ਕਹਿੰਦੇ ਹਾਂ ਬੋਲਣ ਨੂੰ। ਕੋਈ ਸ਼ਬਦ ਬੋਲੀਏ, ਕਿਸੇ ਸ਼ਬਦ ਦਾ ਅਲਾਪ ਕਰੀਏ, ਅਤੇ ਉਸ ਨੂੰ ਅਸੀਂ ਬਾਣੀ ਕਹਿੰਦੇ ਹਾਂ। ਅਤੇ ਉਸ ਦਾ ਜੋ ਅਲਾਪ ਦੀ ਗੂੰਜ ਹੁੰਦੀ ਆ ਉਸ ਨੂੰ ਅਸੀਂ ਸ਼ਬਦ ਧੁਨ ਕਹਿੰਦੇ ਹਾਂ। ਔਰ ਜੋ ਬੋਲਦੇ ਹਾਂ ਉਸ ਨੂੰ ਅਸੀਂ ਸ਼ਬਦ ਬਾਣੀ ਕਹਿੰਦੇ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਬਾਣੀ ਜਿਹੜੀ ਹੈ, ਬਾਣੀ ਹੀ ਨਿਰੰਕਾਰ ਹੈ। ਉਸ ਵੱਡਾ ਜਿੱਡਾ ਉਹ ਹੈ ਨਿਰੰਕਾਰ, ਓਡਾ ਵੱਡਾ ਕੋਈ ਹੋਰ ਨਹੀਂ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ, ਵਾਹ ਵਾਹ ਗਮੂ ਅਥਾਹ ਹੈ, ਵਾਹ ਵਾਹ ਸੱਚਾ ਸੋਏ। ਉਹ ਪਰਮ ਪਿਤਾ ਪਰਮਾਤਮਾ ਨਿਰੰਕਾਰ ਜਿਹੜਾ ਨਾ, ਉਹ ਅਗੰਮ ਹੈ, ਪਹੁੰਚ ਤੋਂ ਬਹੁਤ ਦੂਰ ਹੈ, ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਥਾਹ ਭਾਵ ਉਸ ਦੀ ਥਾਹ ਕੋਈ ਨਹੀਂ ਪਾ ਸਕਦਾ। ਵਾਹ ਵਾਹ ਸੱਚਾ ਸੋਏ, ਉਸ ਦੀ ਵਡਿਆਈ ਕਰਿਆ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਨਾ ਸੱਚਾ ਹੈ,
ਉਹ ਆਪਣੇ ਦਰਸ ਦਾਰੇ ਵਿਖਾ ਦਿੰਦਾ ਜਾਂ ਆਪਣੀ ਉਪਸਥਿਤੀ ਜਿਹੜੀ ਹੈ ਉਹ ਦਰਜ ਕਰਵਾ ਦਿੰਦਾ ਕਿ ਦੱਸ ਦਿੰਦਾ ਕਿ ਮੈਂ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਵਾਹ ਵਾਹ ਬੇਪਰਵਾਹ ਹੈ, ਵਾਹ ਵਾਹ ਕਰੇ ਸੋ ਹੋਏ। ਕਹਿੰਦੇ ਵੀ ਉਹਦੀ ਵਡਿਆਈ ਕਰਨੀ, ਉਹ ਬੇਪਰਵਾਹ ਹੈ, ਉਸ ਦੀ ਵਡਿਆਈ ਕਰੀਏ ਨਾ ਤੇ ਵਾਹ ਵਾਹ ਕਰੇ ਸੋ ਹੋਏ। ਜਿਹੜਾ ਕੋਈ ਉਸ ਦੀ ਵਾਹ ਉਸੇ ਵਰਗਾ ਹੋ ਜਾਂਦਾ ਹੈ। ਵਾਹ ਵਾਹ ਕਰੇ ਸੋ ਹੋਏ, ਜਿਹੜਾ ਉਸ ਦੀ ਵਾਹ ਵਾਹ ਕਰਦਾ ਉਸ ਨੂੰ ਉਹ ਦਰਸਦਾਰੇ ਬਖਸ਼ ਦਿੰਦਾ, ਉਸ ਨੂੰ ਉਹ ਪ੍ਰਾਪਤ ਹੋ ਜਾਂਦਾ ਹੈ। ਕਹਿੰਦੇ ਆ ਵਾਹ ਵਾਹ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਈ। ਇਹ ਅੰਮ੍ਰਿਤ ਨਾਮ ਵੀ ਹੈ ਤੇ ਇਹਦੀ ਵਡਿਆਈ ਜਦੋਂ ਅਸੀਂ ਕਰਦੇ ਹਾਂ ਨਾ, ਵਾਹ ਵਾਹ ਕਰਦੇ ਹਾਂ, ਤੇ ਕੋਈ ਜਿਹੜਾ ਗੁਰਮੁਖ ਬਣ ਕੇ ਕਰਦਾ ਹੈ ਨਾ ਤੇ ਉਹ ਹੀ ਉਸ ਨੂੰ ਪ੍ਰਾਪਤ ਕਰ ਸਕਦਾ ਹੈ। ਗੁਰਮੁਖ ਪਾਵੈ ਕੋਈ, ਕੋਈ ਗੁਰਮੁਖ ਹੀ ਉਸ ਦੀ ਵਡਿਆਈ ਕਰਕੇ ਉਸ ਪਰਮਪਿਤਾ ਪਰਮਾਤਮਾ ਨੂੰ ਪਾਉਂਦਾ ਹੈ, ਜਿਹੜਾ ਕਿ ਅੰਮ੍ਰਿਤ ਨਾਮ ਨਿਰੰਕਾਰ ਰੂਪ ਵੀ ਹੈ, ਬਾਣੀ ਰੂਪ ਵੀ ਹੈ, ਅੰਮ੍ਰਿਤ ਨਾਮ ਵੀ ਹੈ। ਗੁਰੂ ਸਾਹਿਬ ਕਹਿੰਦੇ ਵਾਹ ਵਾਹ ਕਰਮੀ ਪਾਈਐ, ਆਪ ਦਇਆ ਕਰ ਦੇ। ਗੁਰੂ ਸਾਹਿਬ ਕਹਿੰਦੇ ਵੀ ਵਾਹ ਵਾਹ ਵਡਿਆਈ ਕੀਤਿਆਂ ਵੀ ਕਰਮਾਂ ਨਾਲ ਪ੍ਰਾਪਤ ਹੁੰਦਾ ਉਹ। ਜੇ ਅਸੀਂ ਕਹੀਏ ਅਸੀਂ ਉਹਦੀ ਵਡਿਆਈ ਕਰੀ ਜਾਈਏ ਤੇ ਅਸੀਂ ਆਪਣੇ ਜ਼ੋਰ ਨਾਲ ਉਸ ਨੂੰ ਪ੍ਰਾਪਤ ਕਰ ਲਈਏ, ਕਹਿੰਦੇ ਗੁਰੂ ਸਾਹਿਬ ਕਹਿੰਦੇ ਨਹੀਂ, ਇਸ ਤਰ੍ਹਾਂ ਵੀ ਨਹੀਂ ਭਾਈ, ਉਹ ਕਰਮਾਂ ਨਾਲ ਪ੍ਰਾਪਤ ਹੁੰਦਾ। ਜੇ ਕਿਸੇ ਦੇ ਕਰਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਕਰੇਗਾ ਤੇ ਉਸ ਨੂੰ ਉਸ ਦੇ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਹੋ ਜਾਂਦੇ ਆ। ਔਰ ਦਰਸਦਾਰੇ ਵੀ ਕਿਵੇਂ ਹੁੰਦੇ ਆ? ਗੁਰੂ ਸਾਹਿਬ ਕਹਿੰਦੇ ਆਪ ਦਇਆ ਕਰ ਦੇ। ਉਹ ਪਰਮਪਿਤਾ ਪਰਮਾਤਮਾ ਆਪ ਹੀ ਦਇਆ ਕਰਕੇ ਆਪਣੇ ਆਪ ਨੂੰ ਦਿਖਾ ਦਿੰਦਾ ਹੈ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ ਨਾਨਕ ਵਾਹ ਵਾਹ ਗੁਰਮੁਖ ਪਾਈਐ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਜਿਹੜੇ ਆ ਉਹ ਵਾਹ ਵਾਹ ਵਡਿਆਈ ਕਰਦੇ ਹੋਏ ਕਹਿੰਦੇ ਆ ਵੀ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ ਇਹ ਵਡਿਆਈ। ਵਾਹ ਵਾਹ ਗੁਰਮੁਖ ਪਾਈਐ, ਅਣ ਦਿਨ ਨਾਮ ਲੈ ਭਾਵ ਅੱਠੇ ਪਹਿਰ ਸਾਸ ਗਿਰਾਸ। ਅਣ ਦਿਨ ਨਿਸ ਦਿਨ 24 ਘੰਟੇ ਜਦੋਂ ਕੋਈ ਗੁਰਮੁਖ ਪਿਆਰਾ ਬਣ ਕੇ, ਗੁਰਮੁਖ ਬਣ ਕੇ ਅੰਮ੍ਰਿਤ ਨਾਮ ਦੀ ਸਿਮਰਨਾ ਕਰਦਾ ਹੈ ਤੇ ਫਿਰ ਗੁਰੂ ਦੀ ਕਿਰਪਾ ਨਾਲ ਕਰਮਾਂ ਦੁਆਰਾ, ਵੱਡੇ ਭਾਗਾਂ ਦੁਆਰਾ ਉਹ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਅਣ ਦਿਨ ਨਾਮ ਲੈ, ਹਮੇਸ਼ਾ ਜਿਹੜਾ ਗੁਰਮੁਖ ਪਿਆਰੇ ਨੇ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਨਾ, ਉਹ 24 ਘੰਟੇ ਅਣ ਦਿਨ ਭਾਵ ਦਿਨ ਰਾਤ ਅੱਠੇ ਪਹਿਰ ਸਾਸ ਗਿਰਾਸ ਜਿਹੜਾ ਹੈ ਨਾ ਸਿਮਰਨ ਕਰੇ, ਸਾਸ ਸਾਸ ਸਿਮਰਨ ਕਰੇ ਤੇ ਫਿਰ ਉਹ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਔਰ ਉਹ ਪਰਮਪਿਤਾ ਪਰਮਾਤਮਾ ਆਪਣੇ ਦਰਸਦਾਰੇ ਬਖਸ਼ ਦਿੰਦਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਬਾਣੀ ਗੁਰੂ। ਚੌਥੇ ਪਾਤਸ਼ਾਹ ਨੇ ਵੀ ਇਸ ਭੇਦ ਨੂੰ ਥੋੜ੍ਹਾ ਜਿਹਾ ਖੋਲ੍ਹਿਆ ਹੈ। ਕਹਿੰਦੇ ਵੀ ਇਹ ਪਰਮਪਿਤਾ ਪਰਮਾਤਮਾ ਜਿਹੜਾ ਨਾ ਬਾਣੀ ਹੈ। ਤੀਜੇ ਪਾਤਸ਼ਾਹ ਨੇ ਕਿਹਾ ਬਾਣੀ ਹੈ ਤੇ ਗੁਰੂ ਸਾਹਿਬ ਵੀ ਕਹਿੰਦੇ ਆ ਕਿ ਬਾਣੀ ਗੁਰੂ, ਬਾਣੀ ਹੀ ਗੁਰੂ ਹੈ ਭਾਈ। ਪਰਮਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਨਾ ਗੁਰ ਪਾਰ ਬ੍ਰਹਮ ਪਰਮੇਸ਼ਰ ਹੈ, ਉਹ ਬਾਣੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਹੈ ਬਾਣੀ ਤੇ ਉਹ ਗੁਰੂ ਹੀ ਬਾਣੀ ਹੈ। ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ ਨਾ ਉਹਦਾ ਸਰੂਪ ਬਾਣੀ ਹੀ ਹੈ। ਭਾਵ ਜਦੋਂ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਕਰਦਾ ਸੰਸਾਰ ਦੇ ਲੋਕਾਂ ਦੇ ਉੱਤੇ ਤੇ ਆਪਣੇ ਪਸੰਦ ਦੀ ਰੂਹ ਜਿਹੜੀ ਨਿਰਮਲ ਰੂਹ ਹੁੰਦੀ ਆ ਉਸ ਨੂੰ ਆਪਣੀਆਂ ਇਸ਼ਾਰੀਆਂ ਬਖਸ਼ਾਂ ਦੇ ਕੇ ਜਦੋਂ ਉਹ ਸੰਸਾਰ ਦੇ ਵਿੱਚ ਭੇਜ ਦਿੰਦਾ ਹੈ ਨਾ ਤੇ ਉਦੋਂ ਉਹ ਗੁਰੂ ਹੀ ਜਿਹੜਾ ਹੈ ਗੁਰੂ ਬਣ ਕੇ ਆਉਂਦਾ, ਸਤਿਗੁਰੂ ਬਣ ਕੇ ਆਉਂਦਾ ਸੰਸਾਰ ਦੇ ਵਿੱਚ। ਤੇ ਉਹ ਸਤਿਗੁਰੂ ਜਿਹੜਾ ਹੈ ਨਾ ਉਹ ਹੀ ਬਾਣੀ ਰੂਪ ਹੁੰਦਾ, ਯਾਨੀ ਉਹ ਬਾਣੀ ਉਚਾਰਨ ਕਰਦਾ ਹੈ। ਸ਼ਬਦ ਉਚਾਰਨ ਕਰਕੇ ਇਸ ਬਾਣੀ ਵਿੱਚ ਹੀ ਜਿਹੜਾ ਹੈ ਨਾ ਸਾਰੇ ਅੰਮ੍ਰਿਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਇਹ ਬਾਣੀ ਹੀ ਅੰਮ੍ਰਿਤ ਰੂਪ ਹੈ। ਬਾਣੀ ਜਿੱਥੇ ਪਰਮਾਤਮਾ ਰੂਪ ਹੈ ਉੱਥੇ ਅੰਮ੍ਰਿਤ ਨਾਮ ਰੂਪ ਵੀ ਹੈ। ਜਿੱਥੇ ਜਿਵੇਂ ਪਹਿਲਾਂ ਆਪਾਂ ਸ਼ਬਦ ਦੇ ਵਿੱਚ ਗੱਲ ਕੀਤੀ ਹੈ ਕਿ ਅੰਮ੍ਰਿਤ ਨਾਮ ਹੈ ਪਰਮਪਿਤਾ ਪਰਮਾਤਮਾ, ਤੇ ਇਸ ਤਰ੍ਹਾਂ ਹੀ ਇਹ ਚੌਥੇ ਪਾਤਸ਼ਾਹ ਵੀ ਇਹੀ ਗੱਲ ਕਰਦੇ ਆ ਕਿ ਅੰਮ੍ਰਿਤ ਇਸ ਬਾਣੀ ਦੇ ਵਿੱਚ ਸਾਰੇ ਅੰਮ੍ਰਿਤ ਹੀ ਅੰਮ੍ਰਿਤ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ ਕਹੈ। ਜਦੋਂ ਸਤਿਗੁਰੂ ਸੰਸਾਰ ਦੇ ਵਿੱਚ ਆ ਕੇ ਸ਼ਬਦ ਉਚਾਰਨ ਕਰਦਾ ਹੈ, ਸੰਗਤਾਂ ਨੂੰ ਇੱਕ ਰਸਤਾ ਦਿੰਦਾ ਹੈ ਗੁਰਬਾਣੀ ਉਚਾਰਨ ਕਰਕੇ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਇਹ ਗੁਰਬਾਣੀ ਜਿਹੜੀ ਰਸਤਾ ਦੱਸਦੀ ਹੈ ਨਾ, ਗੁਰਬਾਣੀ ਜੋ ਕਹਿੰਦੀ ਹੈ, ਤੇ ਜੇ ਕਿਤੇ ਉਹ ਗੁਰਮੁਖ ਪਿਆਰਾ ਜਿਹੜਾ ਹੈ ਉਸ ਨੂੰ ਮੰਨ ਲਵੇ ਨਾ ਤੇ ਉਸ ਨੂੰ ਪਰਮਪਿਤਾ ਪਰਮਾਤਮਾ ਦੇ
ਦਰਸਦਾਰੇ ਹੋ ਜਾਂਦੇ ਆ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੇ ਉਸ ਨੂੰ ਪਰਮ ਪਿਤਾ ਪਰਮਾਤਮਾ ਸਾਖਸ਼ਾਤ ਹੋ ਕੇ ਉਸ ਗੁਰਮੁਖ ਪਿਆਰੇ ਦਾ ਨਿਸਤਾਰਾ ਕਰ ਦਿੰਦਾ, ਭਾਵ ਉਸ ਨੂੰ ਆਪਣੀਆਂ ਬਖਸ਼ਾਂ ਪ੍ਰਾਪਤ ਦੇ ਦਿੰਦਾ ਹੈ ਪਰਮ ਪਿਤਾ ਪਰਮਾਤਮਾ। ਔਰ ਉਹ ਗੁਰਮੁਖ ਪਿਆਰਾ ਜਿਹੜਾ ਹੈ ਪਰਮਾਤਮਾ ਦਾ ਹੀ ਸਰੂਪ ਹੋ ਕੇ, ਮਤਲਬ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਉਸ ਗੁਰਮੁਖ ਪਿਆਰੇ ਦਾ ਵੀ ਨਿਸਤਾਰਾ ਹੋ ਜਾਂਦਾ, ਔਰ ਉਹ ਗੁਰਮੁਖ ਪਿਆਰਾ ਵੀ ਪਰਮਾਤਮਾ ਦਾ ਹੀ ਸਰੂਪ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਆ ਨਾ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ। ਉਹ ਗੁਰਮੁਖ ਪਿਆਰੇ ਜਿਹੜੇ ਹੈ ਨਾ, ਪਰਮਾਤਮਾ ਦੇ ਭਗਤ ਜਿਹੜੇ ਹੁੰਦੇ ਆ, ਪਰਮਾਤਮਾ ਦੇ ਜਨ ਪਿਆਰੇ ਹੁੰਦੇ ਆ ਜਿਹੜੇ, ਉਹ ਪਰਮਾਤਮਾ ਵਰਗੇ ਹੋ ਜਾਂਦੇ ਆ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਅਤੇ ਗੁਰੂ ਸਾਹਿਬ ਨੇ ਇਸ ਕਰਕੇ ਬਖਸ਼ਿਸ਼ ਕੀਤੀ ਹੈ ਭਾਈ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਮਤਲਬ ਸਾਖਸ਼ਾਤ ਗੁਰੂ ਜਿਹੜਾ ਹੈ ਨਾ, ਉਹ ਪ੍ਰਗਟ ਹੋ ਕੇ ਅਤੇ ਉਸ ਗੁਰਮੁਖ ਪਿਆਰੇ ਦਾ ਨਿਸਤਾਰਾ ਕਰ ਦਿੰਦਾ, ਭਾਵ ਉਸ ਨੂੰ ਵੀ ਆਪਣੇ ਵਰਗਾ ਬਣਾ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਕੁਛ ਭੇਦ ਜਿਹੜੇ ਹੈ ਗੁਰਬਾਣੀ ਸਾਨੂੰ ਹੌਲੀ ਹੌਲੀ ਬਖਸ਼ਿਸ਼ ਕਰਦੀ ਹੈ। ਔਰ ਜਿਵੇਂ ਜਿਵੇਂ ਅਸੀਂ ਗੁਰਬਾਣੀ ਦਾ ਅਧਿਐਨ ਕਰਦੇ ਹਾਂ, ਉਵੇਂ ਉਵੇਂ ਸਾਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਕੀ ਚੀਜ਼ ਹੈ, ਪਰਮਾਤਮਾ ਕਿਵੇਂ ਦਰਸਦਾਰੇ ਦਿੰਦਾ ਹੈ, ਔਰ ਗੁਰੂ ਦੀ ਕਿਰਪਾ ਜਿਹੜੀ ਹੈ ਉਹ ਗੁਰਸਿੱਖ ਦੇ ਉੱਤੇ ਕਿਸ ਤਰ੍ਹਾਂ ਹੁੰਦੀ ਹੈ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਨਾਮਦੇਵ ਜੀ ਕੁਛ ਬਖਸ਼ਿਸ਼ ਕਰਦੇ ਆ, ਕਹਿੰਦੇ ਵੀ ਜਬ ਦੇਖਾ ਤਬ ਗਾਵਾ। ਕਹਿੰਦੇ ਵੀ ਨਾਮਦੇਵ ਜੀ ਕਹਿੰਦੇ ਆ ਕਿ ਜਦੋਂ ਮੈਂ, ਹੇ ਪਰਮਪਿਤਾ ਪਰਮਾਤਮਾ, ਜਦੋਂ ਮੈਂ ਤੈਨੂੰ ਦੇਖਿਆ ਤਬ ਗਾਵਾ, ਉਦੋਂ ਮੈਂ ਗਾਇਆ, ਤੇਰਾ ਨਾਮ ਸਿਮਰਨ ਕੀਤਾ, ਮਤਲਬ ਉਦੋਂ ਮੈਂ ਤੈਨੂੰ, ਤੇਰਾ ਬਹੁਤ ਜਸ ਕੀਤਾ। ਤੋ ਜਨ ਧੀਰਜ ਪਾਵਾ। ਕਹਿੰਦੇ ਵੀ ਉਦੋਂ ਜਦੋਂ ਤੈਨੂੰ ਦਰਸ਼ਨ ਕੀਤਾ, ਔਰ ਫਿਰ ਮੈਂ ਜਦੋਂ ਗਾਇਆ ਨਾ, ਗਾਉਂਦਾ ਤਾਂ ਮੈਂ ਪਹਿਲਾਂ ਸੀ, ਨਾਮ ਸਿਮਰਨ ਤੇਰਾ ਕਰਦਾ ਸੀ, ਪਰ ਜਦੋਂ ਤੈਨੂੰ ਦਰਸ਼ਨ ਕਰ ਲਿਆ ਨਾ, ਉਦੋਂ ਜਦੋਂ ਗਾਇਆ। ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਤੋ ਜਨ ਧੀਰਜ ਪਾਵਾ, ਉਦੋਂ ਜਨ ਨੇ, ਤੇਰੇ ਪਿਆਰੇ ਨੇ ਮਨ ਦੇ ਵਿੱਚ ਧੀਰਜ ਪ੍ਰਾਪਤ ਕਰ ਲਿਆ, ਮਤਲਬ ਸਹਿਜ ਪ੍ਰਾਪਤ ਹੋ ਗਿਆ। ਔਰ ਮਨ ਮੇਰਾ ਜਿਹੜਾ 10 ਦਿਸ਼ਾਵਾਂ ਦੇ ਵਿੱਚ ਭੱਜਿਆ ਫਿਰਦਾ ਸੀ, ਉਹ ਟਿਕਾ ਦੇ ਵਿੱਚ ਸੀਤਲ ਹੋ ਕੇ ਇੱਕ ਥਾਂ ਦੇ ਉੱਤੇ ਤੇਰੇ ਚਰਨਾਂ ਦੇ ਵਿੱਚ ਸਮਰਪਿਤ ਹੋ ਗਿਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਵੀ ਇਹਦਾ ਕਾਰਨ ਨਾਦ ਸਮਾਈ ਲੋ ਰੇ। ਨਾਦ ਬਾਣੀ ਨੂੰ ਕਹਿੰਦੇ ਹੈ, ਬਾਣੀ ਗੁਰੂ ਪਰਮਪਿਤਾ ਪਰਮਾਤਮਾ ਨੂੰ ਕਹਿੰਦੇ ਹੈ, ਬਾਣੀ ਨਿਰੰਕਾਰ ਨੂੰ ਕਹਿੰਦੇ ਹੈ, ਬਾਣੀ ਅਨਹਦ ਧੁਨ ਨੂੰ ਕਹਿੰਦੇ ਆ, ਬਾਣੀ ਖਸਮ ਕੀ ਬਾਣੀ ਨੂੰ ਕਹਿੰਦੇ ਆ, ਬਾਣੀ ਧੁਰ ਕੀ ਬਾਣੀ ਨੂੰ ਕਹਿੰਦੇ ਆ। ਅਤੇ ਗੁਰੂ ਸਾਹਿਬ ਕਹਿੰਦੇ ਆ ਨਾਦ ਬਾਣੀ ਜਿਹੜੀ ਹੈ ਨਾ, ਉਹ ਮੇਰੇ ਅੰਦਰ ਸਮਾਈ ਗਈ। ਨਾਦ ਸਮਾਈ ਲੋ ਰੇ, ਕਹਿੰਦੇ ਵੀ ਨਾਦ ਸਮਾ ਗਿਆ ਮੇਰੇ ਅੰਦਰ। ਕਦੋਂ? ਸਤਿਗੁਰ ਭੇਟੀ ਲੈ ਦੇਵਾ, ਜਦੋਂ ਸਤਿਗੁਰ ਮੇਰੇ ਹਿਰਦੇ ਦੇ ਵਿੱਚ ਮੈਨੂੰ ਪ੍ਰਾਪਤ ਹੋ ਗਏ, ਭੇਟਾ ਹੋ ਗਈ, ਮਿਲਣ ਹੋ ਗਿਆ। ਜਦੋਂ ਦੇਵਾ ਪਰਮਾਤਮਾ ਦਾ, ਦੇਵਾਂ ਦੇ ਦੇਵ ਪਰਮਾਤਮਾ ਦਾ ਜਦੋਂ ਮਿਲਣ ਹੋ ਗਿਆ, ਅਤੇ ਉਦੋਂ ਮੇਰੇ 'ਤੇ ਕਿਰਪਾ ਹੋਈ ਕਿ ਮੇਰੇ ਅੰਤਰ 10ਵੇਂ ਦੁਆਰ ਦੇ ਵਿੱਚ ਨਾਦ ਜਿਹੜਾ ਸੀ ਉਹ ਵੱਜਣਾ ਸ਼ੁਰੂ ਹੋ ਗਿਆ। ਹੁਣ ਗੁਰੂ ਸਾਹਿਬ ਸਾਨੂੰ ਗੁਰਬਾਣੀ ਜਿਹੜੀ ਹੈ ਨਾ, ਉਹ ਥੋੜ੍ਹੇ ਥੋੜ੍ਹੇ ਭੇਦ ਜਿਹੜੇ ਹੈ ਦੱਸਦੀ ਹੈ ਕਿ ਪਰਮਪਿਤਾ ਪਰਮਾਤਮਾ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਨੂੰ ਦੇਖਿਆ ਅਤੇ ਕੈਸਾ ਦੇਖਿਆ। ਔਰ ਨਾਮਦੇਵ ਜੀ ਕਹਿੰਦੇ ਆ ਵੀ ਮੈਨੂੰ ਕੈਸਾ ਦਿਖਿਆ, ਕਹਿੰਦੇ ਆ ਜੈ ਚੇਲਮੇਲ ਕਾਰ ਦਿਸੰਤਾ। ਇਹ ਜਿਹੜਾ ਸਤਿਗੁਰੂ ਪ੍ਰਾਪਤ ਹੋਇਆ ਨਾ, ਕਹਿੰਦੇ ਵੀ ਇਹ ਝਿਲਮਿਲ ਕਰਦਾ ਹੋਇਆ ਜਿਹੜਾ ਹੈ ਨਾ, ਉਹ ਦਿਸਦਾ ਹੈ, ਭਾਵ ਲਿਸ਼ਕਾ ਮਾਰਦਾ ਹੋਇਆ, ਚਮਕਦਾ ਹੋਇਆ, ਮਤਲਬ ਪ੍ਰਕਾਸ਼ ਜਿਹੜਾ ਹੈ ਉਹ ਮੈਨੂੰ ਦਿਸਿਆ। ਤੈ ਨਾ ਅਨਹਦ ਜੋਤ ਬਜੰਤਾ, ਤਹਿ ਅਨਹਦ ਧੁਨ ਜਿਹੜੀ ਹੈ ਵੱਜਦੀ ਸੀ, ਔਰ ਮੈਨੂੰ ਜੋਤ ਦੇ ਵੀ ਸਰੂਪ ਦੇ ਦਰਸ਼ਨ ਹੋਏ। ਤੈ ਅਨਹਦ ਜੋਤ ਬਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਇਹ ਜਿਹੜੀ ਜੋਤ ਦੇ ਮੈਨੂੰ ਦਰਸ਼ਨ ਹੋਏ ਨਾ,
ਤੇ ਕਹਿੰਦੀ ਆ ਵੀ ਉਹ ਮੇਰੀ ਜੋਤ ਤੇ ਉਹ ਜੋਤ ਇੱਕੋ ਜਿਹੀ ਸੀ, ਸਮਾਨ ਹੀ ਸੀ। ਕਹਿੰਦੇ ਵੀ ਮੈਂ ਗੁਰੂ ਦੀ ਕਿਰਪਾ ਨਾਲ ਜਿਹੜਾ ਨਾ, ਗੁਰੂ ਦੇ ਪ੍ਰਸਾਦ ਨਾਲ ਇਹ ਜਾਣਿਆ ਕਿ ਇਹ ਪਰਮਪਿਤਾ ਪਰਮਾਤਮਾ ਹੀ ਮੇਰੀ ਜਿਹੜੀ ਰੂਹ ਹੈ, ਜਿਹੜੀ ਇਹ ਇਸ ਦਾ ਅੰਸ਼ ਹੈ। ਪਰਮਪਿਤਾ ਪਰਮਾਤਮਾ ਦੀ ਜੋਤ ਤੇ ਮੇਰੀ ਜੋਤ ਜਿਹੜੀ ਹੈ ਉਹ ਇੱਕੋ ਹੀ ਹੈ, ਸਮਾਨ ਹੈ। ਮੈਂ ਗੁਰੂ ਦੀ ਕਿਰਪਾ ਨਾਲ ਇਹ ਜਾਣਿਆ, ਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ, ਭਾਵ ਪਰਮਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਨੇ ਹੀ ਮੈਨੂੰ ਸਮਝਾਇਆ ਕਿ ਮੈਂ ਹੀ ਜੋਤ ਸਰੂਪ ਹਾਂ ਔਰ ਤੇਰੀ ਜੋਤ ਜਿਹੜੀ ਆ ਉਹ ਵੀ ਮੇਰਾ ਹੀ ਅੰਸ਼ ਹੈ ਔਰ ਸਮਾਨ ਹੈ ਦੋਨੋਂ। ਹੁਣ ਗੁਰੂ ਸਾਹਿਬ ਕਹਿੰਦੇ ਹੈ, ਨਾਮਦੇਵ ਜੀ ਕਹਿ ਰਹੇ ਆ, ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ। ਜਿਵੇਂ ਕਿਸੇ ਕੋਠਰੀ ਦੇ ਵਿੱਚ ਰਤਨ ਕਮਲ ਜਿਹੜੇ ਹੈ, ਭਾਵ ਰਤਨ ਹੀਰੇ ਜਵਾਹਰਾਤ ਜਿਹੜੇ ਪਏ ਹੋਣ, ਤੇ ਇਸ ਤਰ੍ਹਾਂ ਦੇ ਨਾਲ ਮੈਨੂੰ ਚਮਕਾਰ ਬੀਜਲ ਤਹੀ, ਐਸਾ ਚਮਕਾਰ ਦਿਸਿਆ ਕਿ ਜਿਵੇਂ ਇੱਕ ਬਿਜਲੀ ਜਿਹੜੀ ਆਕਾਸ਼ ਦੇ ਵਿੱਚ ਚਮਕਦੀ ਹੁੰਦੀ ਹੈ ਨਾ, ਤੇ ਉਸ ਦਾ ਪ੍ਰਕਾਸ਼ ਜਿਹੜਾ ਹੁੰਦਾ ਤਿੱਖਾ ਔਰ ਚਮਕਦਾਰ ਹੁੰਦਾ, ਐਸਾ ਪ੍ਰਕਾਸ਼ ਮੈਨੂੰ ਦਿਸਿਆ। ਕਹਿੰਦੇ ਵੀ ਗੁਰੂ ਸਾਹਿਬ ਹੁਣ ਨਾਮਦੇਵ ਜੀ ਇਹ ਬਖਸ਼ਿਸ਼ ਕਰਦੇ ਆ ਵੀ ਉਹ ਜਿਹੜਾ ਸੀ ਨਾ ਪ੍ਰਕਾਸ਼, ਨੇਰੇ ਨਾਹੀਂ ਦੂਰ, ਉਹ ਬਹੁਤ ਨੇੜੇ ਸੀ, ਮੇਰੇ ਦੂਰ ਨਹੀਂ ਸੀ, ਬਹੁਤ ਨੇੜੇ ਸੀ। ਨਿਜ ਆਤਮੈ ਰਿਆ ਭਰਪੂਰ, ਮੇਰੀ ਆਤਮਾ ਦੇ ਵਿੱਚ ਹੀ ਉਹ ਪ੍ਰਕਾਸ਼ ਜਿਹੜਾ ਸੀ ਭਰਪੂਰ ਰੂਪ ਦੇ ਵਿੱਚ ਸਮਾਇਆ ਹੋਇਆ ਸੀ, ਬਿਰਾਜਮਾਨ ਸੀ, ਪ੍ਰਕਾਸ਼ਮਾਨ ਸੀ। ਇਹ ਨਾਮਦੇਵ ਜੀ ਬਖਸ਼ਿਸ਼ ਕਰਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਪ੍ਰਕਾਸ਼ ਜਿਹੜਾ ਸੀ ਤੇ ਕੈਸਾ ਸੀ, ਅੱਗੇ ਫਿਰ ਦੱਸਦੇ ਆ ਵੀ ਉਹ ਪ੍ਰਕਾਸ਼ ਜਿਹੜਾ ਉਹ ਕੈਸਾ ਸੀ। ਜੈ ਅਨਹਤ ਸੂਰ ਉਜਾਰਾ, ਕਹਿੰਦੇ ਵੀ ਜਿੱਥੇ ਅਨਹਤ ਸੂਰਜ ਦਾ ਉਜਿਆਰਾ ਜਿਹੜਾ ਹੈ ਨਾ, ਅਨਹਤ ਧੁੰਨ ਵੱਜਦੀ ਹੈ ਔਰ ਸੂਰਜ ਦਾ ਉਜਿਆਰਾ ਜਿਹੜਾ ਹੈ ਨਾ ਉਹ ਸਾਨੂੰ ਪ੍ਰਕਾਸ਼ ਰੂਪ ਦੇ ਵਿੱਚ ਦਿਸਦਾ ਹੈ। ਤੈ ਦੀਪਕ ਜਲੈ ਸੰਸਾਰਾ, ਉੱਥੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੀਪਕ ਕੋਈ 6 ਕੁੰਟਾ ਜਿਹੜਾ ਹੈ ਨਾ ਦੀਪਕ ਜਲਦਾ ਪਿਆ ਹੋਵੇ, ਯਾਨੀ ਐਸਾ ਸੂਰਜ ਦਾ, ਕੋਟ ਸੂਰਜ ਦਾ ਉਜਿਆਰਾ ਹੁੰਦਾ ਇਹ। ਔਰ ਉਹ ਉਜਿਆਰਾ ਜਿਹੜਾ ਸਾਨੂੰ ਅਨਹਦ ਧੁੰਨ ਵੀ ਵੱਜਦੀ ਹੈ ਔਰ ਉਹ ਉਜਿਆਰਾ ਵੀ ਸਾਨੂੰ ਦਿਸਦਾ ਹੈ, ਅਤੇ ਇਸ ਤਰ੍ਹਾਂ ਲੱਗਦਾ ਕਿ ਉੱਥੇ ਕੋਈ ਦੀਪਕ ਜਿਹੜਾ ਹੈ ਨਾ, ਦੀਪਕ 6 ਕੁੰਟਾ ਦੀਪਕ ਜਿਹੜਾ ਹੈ ਉਹ ਜਲ ਰਿਹਾ ਹੈ। ਹੁਣ ਗੁਰੂ ਸਾਹਿਬ ਨਾਮਦੇਵ ਜੀ ਫਿਰ ਕਹਿੰਦੇ ਆ ਕਿ ਗੁਰ ਪ੍ਰਸਾਦੀ ਜਾਣਿਆ, ਇਹ ਸਾਰਾ ਖੇਲ ਜਿਹੜਾ ਨਾ ਮੈਨੂੰ ਗੁਰੂ ਦੀ ਕਿਰਪਾ ਨਾਲ ਸਮਝ ਆਇਆ ਹੈ। ਮੈਂ ਗੁਰੂ ਦੀ ਕਿਰਪਾ ਨਾਲ ਜਾਣਿਆ ਕਿ ਇਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਪਰਮਪਿਤਾ ਪਰਮਾਤਮਾ ਦੀ। ਜਦੋਂ ਪਰਮਪਿਤਾ ਪਰਮਾਤਮਾ ਸਾਨੂੰ ਦਿਸਦਾ ਹੈ ਅਤੇ ਗੁਰੂ ਸਾਹਿਬ ਕਹਿੰਦੇ ਆ ਜਨ ਨਾਮਾ ਸਹਿਜ ਸਮਾਨਿਆ, ਅਤੇ ਪਰਮਾਤਮਾ ਦਾ ਪਿਆਰਾ ਨਾਮਦੇਵ ਜਿਹੜਾ ਸੀ ਨਾ ਉਹ ਸਹਿਜ ਦੇ ਵਿੱਚ ਸਹਿਜ ਪ੍ਰਾਪਤ ਕਰਕੇ ਸਮਾਨਿਆ ਗਿਆ, ਭਾਵ ਸਹਿਜ ਪ੍ਰਾਪਤ ਹੋ ਗਿਆ ਔਰ ਸਹਿਜ ਦੀ ਬਖਸ਼ਿਸ਼ ਜਿਹੜੀ ਆ ਉਸ ਨੂੰ ਉਸ ਦੇ ਹਿਰਦੇ ਦੇ ਵਿੱਚ ਪ੍ਰਾਪਤ ਹੋ ਗਈ ਔਰ ਉਸ ਨੂੰ ਮਹਿਸੂਸ ਹੋਣਾ ਹੋ ਗਿਆ ਕਿ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਸਹਿਜ ਦੀ ਪ੍ਰਾਪਤੀ ਹੋ ਗਈ। ਔਰ ਸਹਿਜ ਦੀ ਪ੍ਰਾਪਤੀ ਹੋਣਾ ਹੀ ਜਿਹੜਾ ਹੈ ਉਹ ਪਰਮਪਿਤਾ ਪਰਮਾਤਮਾ ਦੇ ਦਰਸ ਦਿਦਾਰੇ ਔਰ ਪਰਮਪਿਤਾ ਪਰਮਾਤਮਾ ਦਾ ਮਿਲਣ ਜਿਹੜਾ ਹੈ ਉਹ ਸਾਨੂੰ ਪ੍ਰਕਾਸ਼ ਰੂਪ ਜਿਹੜਾ ਹੈ ਉਹ ਸਾਨੂੰ ਦਿਸਦਾ ਹੈ। ਅਤੇ ਉਸ ਦੀ ਅਵਸਥਾ ਇਹ ਹੈ ਕਿ ਜਦੋਂ ਇਹ ਪ੍ਰਕਾਸ਼ ਸਾਨੂੰ ਦਿਸਦਾ ਹੈ ਉਦੋਂ ਸਾਡਾ ਮਨ ਜਿਹੜਾ ਹੈ ਉਹ ਸਹਿਜ ਰੂਪ ਨੂੰ ਧਾਰਨ ਕਰ ਲੈਂਦਾ ਹੈ। ਇਹ ਨਾਮਦੇਵ ਜੀ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਜਿਹੜੀ ਹੈ ਨਾ ਨਾਮਦੇਵ ਜੀ ਨੇ ਉਚਾਰਨ ਕੀਤੀ ਹੈ। ਔਰ ਦਾਸ ਦਾ ਇੱਕ ਮਿਸ਼ਨ ਹੈ ਸਾਧ ਸੰਗਤ ਜੀ, ਵਾਹਿਗੁਰੂ ਜੋਤ ਪ੍ਰਤੱਖ ਦਰਸ਼ਨ। ਇਹ ਪ੍ਰਤੱਖ ਦਰਸ਼ਨ ਜਿਹੜੇ ਹੈ ਨਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਵਿਚਿਤਰ ਨਾਟਕ ਦੇ ਵਿੱਚ ਸਾਖਸ਼ਾਤ ਕਿਹਾ ਕਿ ਮੈਂ ਪ੍ਰਮਾਤਮਾ ਨੂੰ ਮਿਲਿਆ ਔਰ ਮੈਨੂੰ ਉਹਨਾਂ ਨੇ ਆਪਣਾ ਪੁੱਤ ਨਿਵਾਜਿਆ।
ਔਰ ਗੁਰੂ ਨਾਨਕ ਦੇਵ ਜੀ ਵੀ ਜਿਹੜੇ ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਪ੍ਰਮਾਤਮਾ ਤੋਂ ਮੂਲ ਮੰਤਰ ਦਾ ਨਾਮ ਅੰਮ੍ਰਿਤ ਪਿਆਲਾ ਪੀ ਕੇ ਔਰ ਮੂਲ ਮੰਤਰ ਦਾ ਨਾਮ ਜਿਹੜਾ ਸੀ ਸੱਚਖੰਡ ਤੋਂ ਲਿਆ ਕੇ ਇਸ ਸੰਸਾਰ ਦੇ ਵਿੱਚ ਵਰਤਾਰਾ ਕੀਤਾ। ਤੋ ਇਸ ਤਰ੍ਹਾਂ ਦੇ ਨਾਲ ਇਹ ਪ੍ਰਮਾਤਮਾ ਦੇ ਭੇਦ ਜਿਹੜੇ ਹੈ ਨਾ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਕਬੀਰ ਸਾਹਿਬ ਜੀ, ਨਾਮਦੇਵ ਜੀ, ਜੇ ਕਹੀਏ ਤਾਂ ਰਵੀਦਾਸ ਜੀ, ਇਹ ਥੋੜ੍ਹੇ ਥੋੜ੍ਹੇ ਭੇਦ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਵਿੱਚ ਦੱਸਦੇ ਆ। ਔਰ ਜਦੋਂ ਕਿਤੇ ਗੁਰੂ ਦੀ ਕਿਰਪਾ ਹੋਵੇ ਅਤੇ ਉਸ ਗੁਰਮੁਖ ਪਿਆਰੇ ਨੂੰ ਸਮਝ ਆ ਜਾਵੇ ਅਤੇ ਫਿਰ ਉਸ ਨੂੰ ਪਤਾ ਲੱਗਦਾ ਕਿ ਪਰਮਾਤਮਾ ਜਿਹੜਾ ਹੈ ਉਹ ਕੀ ਹੈ, ਪ੍ਰਕਾਸ਼ ਰੂਪ ਹੈ ਔਰ ਸਾਨੂੰ ਪ੍ਰਕਾਸ਼ ਦੇ ਦਰਸ਼ਦਾਰੇ ਜਿਹੜੇ ਹੈ ਉਹ ਕਿਵੇਂ ਹੁੰਦੇ ਹੈ। ਤੋ ਸਾਧ ਸੰਗਤ ਜੀ, ਦਾਸ ਦਾ ਮਿਸ਼ਨ ਹੈ ਵਾਹਿਗੁਰੂ ਜੋਤ ਪ੍ਰਤੱਖ ਦਰਸ਼ਨ, ਸੇਵਾ ਸਿਮਰਨ ਗੁਰਮਤਿ ਵਿਚਾਰ, ਯਾਨੀ ਵਾਹਿਗੁਰੂ ਪ੍ਰਤੱਖ ਜੋਤ ਸਰੂਪ ਹੈ। ਇਸ ਦੇ ਸਾਕਸ਼ਾਤ ਦਰਸ਼ਨ ਕਿਵੇਂ ਹੁੰਦੇ ਹੈ, ਕਿਵੇਂ ਅਸੀਂ ਸੇਵਾ ਕਰੀਏ, ਕਿਵੇਂ ਅਸੀਂ ਸਿਮਰਨ ਕਰੀਏ ਕਿ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਣ। ਗੁਰਮਤਿ ਦੀ, ਗੁਰੂ ਦੀ ਮੱਤ ਦੁਆਰਾ ਕਿਸ ਤਰ੍ਹਾਂ ਦਾ ਸਾਨੂੰ ਕਰਮ ਕਰਨਾ ਚਾਹੀਦਾ ਹੈ, ਇਹ ਦਾਸ ਗੁਰਬਾਣੀ ਦੁਆਰਾ ਹੀ ਆਪ ਜੀ ਨੂੰ ਸਰਵਣ ਕਰਾਉਣ ਦੀ ਕੋਸ਼ਿਸ਼ ਕਰਦਾ ਕਿ ਭਾਈ ਪਰਮ ਪਿਤਾ ਪਰਮਾਤਮਾ ਇਸ ਸੰਸਾਰ 'ਤੇ ਹੈ, ਬਿਰਾਜਮਾਨ ਹੈ, ਜਿਸ ਨੇ ਸਾਰਾ ਸੰਸਾਰ ਸਾਜਿਆ ਹੈ। ਉਹ ਸੰਸਾਰ ਦੇ ਵਿੱਚ ਕਿਤੇ ਨਾ ਕਿਤੇ ਪਰਮ ਪਿਤਾ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ। ਪਰ ਜੇ ਤੁਸੀਂ ਚਾਹੋ, ਜੇ ਤੁਸੀਂ ਇਹ ਕਹੋ ਕਿ ਉਹ ਇਸ ਸੰਸਾਰ ਦੇ ਵਿੱਚ ਹੈ ਪਰ ਸਾਨੂੰ ਦਿਸਦਾ ਨਹੀਂ ਹੈ, ਹੋ ਸਕਦਾ ਸਾਨੂੰ ਨਹੀਂ ਦਿਸਦਾ, ਅਦ੍ਰਿਸ਼ਟ ਹੈ, ਪਰ ਉਹ ਹੈ ਜ਼ਰੂਰ। ਦਿਸਦਾ ਉਸ ਨੂੰ ਹੈ ਜਿਸ 'ਤੇ ਉਸ ਦੀ ਕਿਰਪਾ ਹੁੰਦੀ ਹੈ, ਜਿਸ 'ਤੇ ਗੁਰੂ ਦਾ ਪ੍ਰਸਾਦ ਜਿਹੜਾ ਉਸ ਨੂੰ ਪ੍ਰਾਪਤ ਹੋ ਜਾਂਦਾ। ਗੁਰੂ ਦੇ ਪ੍ਰਸਾਦ ਨਾਲ ਜਦੋਂ ਗੁਰੂ ਆਪ ਦਿਖਾਉਂਦਾ ਹੈ ਆਪਣੇ ਆਪ ਨੂੰ, ਕੋਈ ਗਿਆਨ ਨਹੀਂ ਹੈ ਕਿ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਕਰ ਸਕੀਏ। ਹਾਂ, ਉਹ ਦਿਖਾਵੇ ਅਤੇ ਫਿਰ ਇੱਕ ਛਣ ਹੀ ਲੱਗਦਾ ਹੈ ਉਹ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਕਰਦਿਆਂ। ਕੋਈ ਦੇਰ ਨਹੀਂ ਲੱਗਦੀ, ਬਹੁਤ ਨੇੜੇ ਹੈ, ਸਾਡੀ ਰੂਹ ਦੇ ਬਹੁਤ ਨੇੜੇ ਹੈ, ਦੂਰ ਨਹੀਂ ਹੈ। ਅਤੇ ਨੇੜੇ ਉਸੇ ਨੂੰ ਹੀ ਲੱਗਦਾ ਜੋ ਪਰਮ ਪਿਤਾ ਪਰਮਾਤਮਾ ਦੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਉਹ ਉਸ ਦੀ ਸਿਮਰਨਾ ਕਰਦਾ ਹੈ। ਤੋ ਸਾਧ ਸੰਗਤ ਜੀ, ਭਾਈ ਸੰਸਾਰ ਦੇ ਲੋਕੋ, ਦਾਸ ਇਹ ਬੇਨਤੀ ਕਰਨਾ ਚਾਹੁੰਦਾ ਕਿ ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ਰਨ ਦੇ ਵਿੱਚ ਹੋ ਕੇ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰੋ ਔਰ ਫਿਰ ਉਸ ਅੰਮ੍ਰਿਤ ਨਾਮ ਜੋ ਤੁਹਾਨੂੰ ਬਖਸ਼ਿਸ਼ ਹੁੰਦੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਾਂ ਮੂਲ ਮੰਤਰ ਦੀ ਬਖਸ਼ਿਸ਼ ਹੁੰਦੀ ਹੈ ਜਾਂ ਗੁਰ ਮੰਤਰ ਦੀ ਬਖਸ਼ਿਸ਼ ਹੁੰਦੀ ਹੈ, ਜੋ ਵੀ ਹੁੰਦੀ ਹੈ, ਨਾਮ ਸਿਮਰਨ ਕਰਨਾ। ਇੱਕ ਨਾਮ ਚੁਣ ਕੇ ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦਿਓ। ਲਗਾਤਾਰ ਉਹੀ ਨਾਮ ਸਿਮਰਨ ਕਰਨਾ ਜੋ ਪਹਿਲਾਂ ਸ਼ੁਰੂ ਤੋਂ ਚੁਣ ਲਿਆ ਤੁਸੀਂ। ਚਾਹੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੋ। ਵਾਹਿਗੁਰੂ ਵੀ ਨਾਮ ਸਿਮਰਨ ਐਸਾ ਹੈ, ਬੀਜ ਮੰਤਰ ਹੈ, ਇਹ ਪਰਮਾਤਮਾ ਨੂੰ ਮਿਲਾਉਣ ਹਾਰਾ ਹੈ, ਮਿਲਾ ਦਿੰਦਾ ਹੈ। ਅਤੇ ਬਾਰ-ਬਾਰ ਮੰਤਰ ਨਹੀਂ ਬਦਲਣਾ, ਸਿਰਫ ਨਾਮ ਸਿਮਰਨ ਕਰਨਾ ਹੈ। ਅਤੇ ਕਈ ਲੋਕ ਸਤਨਾਮ ਵਾਹਿਗੁਰੂ ਕਹਿ ਦਿੰਦੇ ਆ, ਕਈ ਲੋਕ ਹੇ ਵਾਹਿਗੁਰੂ, ਕਈ ਲੋਕ ਵਾਹਿਗੁਰੂ ਜੀ, ਵਾਹਿਗੁਰੂ ਦਾਤਾ ਜੀ, ਵਾਹਿਗੁਰੂ ਸਾਹਿਬ ਜੀ, ਇਸ ਤਰ੍ਹਾਂ ਬਹੁਤ ਕੁਛ ਨਾਮ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਆ। ਭਾਈ ਇਸ ਤਰ੍ਹਾਂ ਨਹੀਂ, ਜਦੋਂ ਨਾਮ ਸਿਮਰਨ ਕਰਨਾ ਜੋ ਪੰਜ ਪਿਆਰਿਆਂ ਨੇ ਤੁਹਾਨੂੰ ਵਾਹਿਗੁਰੂ ਕਹਿਣਾ ਉਸੇ ਨੂੰ ਹੀ ਸਿਮਰਨਾ। ਅਤੇ ਜੁਗਤ ਵੀ ਇਹ ਹੈ ਕਿ ਵਾਹਿਗੁਰੂ ਜਿਹੜਾ ਹੈ ਅੰਦਰ ਨੂੰ ਸਾਹ ਜਾਵੇ ਅਤੇ ਧੁਨੀ ਦੇ ਉੱਤੋਂ ਦੀ ਹੋ ਕੇ ਗੁਰੂ ਜਿਹੜਾ ਹੈ ਬਾਹਰ ਨੂੰ ਪਲਟਾ ਆਵੇ, ਬਾਹਰ ਨੂੰ ਹਵਾ ਆਵੇ। ਵਾਹਿਗੁਰੂ 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 ਵਾਹਿਗੁਰੂ, ਇਸ ਤਰ੍ਹਾਂ ਨਾਲ ਤੁਸੀਂ ਭਾਈ ਅਨਦਿਨ ਸਿਮਰਨ ਕਰੋ, ਸਦਾ ਸਿਮਰਨ ਕਰੋ। ਕਹੋ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਸੱਚੀ ਬਾਣੀ ਹੈ ਜਿਹੜੀ ਵਾਹਿਗੁਰੂ ਵਾਹਿਗੁਰੂ ਜਿਹੜੀ ਹੈ ਨਾ, ਵਾਹਿਗੁਰੂ ਦਾ ਨਾਮ ਜਿਹੜਾ ਇਹ ਸੱਚਾ ਹੈ। ਅਤੇ ਇਹ ਹਮੇਸ਼ਾ ਜਦੋਂ ਬਾਣੀ ਅਸੀਂ ਗਾਵਾਂਗੇ ਨਾ ਅਤੇ ਉਦੋਂ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਂਦੇ ਆ। ਅਵੱਸ਼ ਹੀ ਤੁਹਾਨੂੰ ਵੀ ਇਸ ਤਰ੍ਹਾਂ ਨਾਲ ਹੋ ਸਕਦੇ ਹੈ। ਅਗਰ ਕੋਈ ਗੁਰੂ ਪਿਆਰ ਵਾਲਾ ਚਾਹਵੇ ਕਿ ਮੈਂ ਇਸ ਤਰ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਅਤੇ ਉਹ ਦਾਸ ਨਾਲ ਵੀ ਸੰਪਰਕ ਕਰ ਸਕਦਾ ਹੈ। ਔਰ ਜਿਵੇਂ ਜਿਵੇਂ ਪਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਰਸਤਾ ਮਿਲੇਗਾ, ਉਵੇਂ ਉਵੇਂ ਤੁਸੀਂ ਪਰਮਾਤਮਾ ਦੇ ਨੇੜੇ ਜਾਂਦੇ ਰਹੋਗੇ ਔਰ ਅਖੀਰ ਪਰਮਾਤਮਾ ਦੇ ਦਰਸ਼ਦਾਰੇ ਆਪ ਜੀ ਨੂੰ ਅਵੱਸ਼ ਹੀ ਹੋਣਗੇ। ਪਰਮਾਤਮਾ ਕਿਤੇ ਦੂਰ ਨਹੀਂ ਹੈ, ਪਰਮਾਤਮਾ ਅਦ੍ਰਿਸ਼ਟ ਹੈ ਜ਼ਰੂਰ, ਪਰ ਪਰਮਾਤਮਾ ਆਪਣੇ ਆਪ ਆਪਣੇ ਪਿਆਰਿਆਂ ਨੂੰ ਆਪਣੇ ਦਰਸ਼ਨ ਵੀ ਦਿਖਾਉਂਦਾ ਹੈ, ਸਾਕਸ਼ਾਤ ਦਰਸ਼ਨ ਦਿਖਾਉਂਦਾ ਹੈ। ਇਹ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਗੁਰੂ ਸਾਹਿਬਾਨ ਨੇ ਵੀ ਬਖਸ਼ਿਸ਼ ਕੀਤੀ ਹੋਈ ਹੈ ਔਰ ਭਗਤ ਲੋਕਾਂ ਨੇ ਵੀ ਇਹ ਬਖਸ਼ਿਸ਼ ਕੀਤੀ ਹੋਈ ਹੈ ਕਿ ਸਾਨੂੰ ਵੀ ਪਰਮ ਪਿਤਾ ਪਰਮਾਤਮਾ ਦੇ ਪ੍ਰਕਾਸ਼ ਜੋਤ ਸਰੂਪ ਦੇ ਦਰਸ਼ਨ ਹੋਏ ਆ। ਕਿਉਂਕਿ ਪਰਮ ਪਿਤਾ ਪਰਮਾਤਮਾ ਸ਼ਬਦ ਰੂਪ ਹੈ ਔਰ ਪ੍ਰਕਾਸ਼ ਰੂਪ ਹੈ।
ਸ਼ਬਦ ਰੂਪ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਆਨੰਦ ਸਾਹਿਬ ਦੇ ਵਿੱਚ 40ਵੀਂ ਪੌੜੀ ਤੀਕਰ। ਮਤਲਬ ਗੁਰੂ ਸਾਹਿਬ ਨੇ ਸਾਨੂੰ ਇਹ ਸਾਰਾ ਹੀ ਵੇਰਵਾ ਸਮਝਾਇਆ ਹੋਇਆ ਕਿ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ। ਉਸ ਨੂੰ ਵਿਚਾਰਨ ਦੀ ਲੋੜ ਹੈ। ਦਾਸ ਕੋਲ ਆ ਕੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ। ਦਾਸ ਤੁਹਾਨੂੰ ਸਮਝਾ ਸਕਦਾ ਭਾਈ ਇਸ ਤਰ੍ਹਾਂ ਨਾਲ ਸਿਮਰਨ ਕਰੋ, ਇਸ ਤਰ੍ਹਾਂ ਨਾਲ ਕਰਮ ਕਰੋ, ਇਸ ਤਰ੍ਹਾਂ ਨਾਲ ਸੋਚ ਨੂੰ ਆਪਣੀ ਨੂੰ ਸ਼ੁੱਧ ਕਰੋ, ਇਸ ਤਰ੍ਹਾਂ ਨਾਲ ਕੂੜ ਨੂੰ ਦੂਰ ਕਰੋ, ਮਨ ਨੂੰ ਸੱਚਾ ਕਰੋ, ਮਨ ਨੂੰ ਨਿਰਮਲ ਕਰੋ, ਤੋ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਤੋ ਸਾਧ ਸੰਗਤ ਜੀ ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਵੀ ਪ੍ਰਕਾਸ਼ ਜੋਤ ਸਰੂਪ ਦੇ ਦਰਸ਼ਨ ਹੋਣ, ਪਰਮਾਤਮਾ ਦੇ ਦਰਸ਼ਨ ਹੋਣ। ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ, ਸੁੱਖ ਬਖਸ਼ੇ, ਆਨੰਦ ਬਖਸ਼ੇ, ਪਰਮਾਨੰਦ ਦੀ ਬਖਸ਼ਿਸ਼ ਪ੍ਰਾਪਤ ਹੋਵੇ। ਸਾਧ ਸੰਗਤ ਜੀ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾਈਬ ਕਰੋ, ਸੈਂਡ ਕਰੋ, ਲਾਈਕ ਕਰੋ।